एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। ज्ञान ध्यान किछ कर्म न जाना सार न जाना तेरी सब ते वड्डा सतगुर नानक सब ते वड्डा सतगुर नानक जिन कल राखी मेरी दंडौत बंधन अनक बार सर्व कला समरथ डोलन ते राखो प्रभु राखो प्रभु नानक देकर हथ। परम सत्कार योग परम सम्मान योग चवर छतर तख्त दे मालिक जुगो जुग अटल बाणी दे बोहित शब्दा अवतार धन धन गुरु ग्रंथ साहिब जी महाराज तिन्हां दी पावन पवित्र हजूरी दे विच अमृत वेले गुरुद्वारा धन धन गुरु हर राहे साहिब जी संत विहार चल रही लड़ीवार जपजी साहिब दी विचार दे नाल अपनियां हाजरियां लवा रहे सतसंगी जनों आओ सब तो पहला धन धन गुरु गोबिंद सिंह जी महाराज तिन्हां वल्लों बख्शिश फतेह दे नाल रल मिल के सांझ पाइए जी। वाहेगुरु जी का खालसा वाहेगुरु जी की फतेह। साध संगत जी धन धन गुरु नानक देव जी महाराज दी रचना दे विचों सुनिया दियां पौड़ियां दा विचार चल रही है। आओ सब तो पहला इस पौड़ी दा जो अज दी आपां विचार करनी है उस दे मूल पाठ नाल जुड़ना करिए। सुनिए ईसर बर्मा इंद सुनिए मुख सालाहन मंद
ਸਾਲਾਹਨ ਮੰਦ। ਸੁਣਿਐ ਜੋਗ ਜੁਗਤ ਤਨ ਭੇਦ। ਸੁਣਿਐ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਇਸ ਪੌੜੀ ਦੇ ਵਿੱਚ ਫਿਰ ਦੁਬਾਰਾ ਆਪਾਂ ਕੱਲ ਵਾਲੀ ਗੱਲ ਦੁਹਰਾ ਲਈਏ। ਇੱਥੇ ਬਾਹਰਲੇ ਕੰਨਾਂ ਦੇ ਨਾਲ ਸੁਣਨ ਦੀ ਗੱਲ ਨਹੀਂ ਹੋ ਰਹੀ, ਇੱਥੇ ਅੰਤਰ ਆਤਮਾ ਤੋਂ ਸੁਣਨ ਦੀ ਗੱਲ ਹੋ ਰਹੀ ਹੈ। ਜਿਤਨੀ ਦੇਰ ਤੱਕ ਅਸੀਂ ਕਿਸੇ ਗੱਲ ਨੂੰ ਅੰਤਰ ਆਤਮਾ ਤੋਂ ਨਹੀਂ ਸੁਣਦੇ, ਉਤਨੀ ਦੇਰ ਤੱਕ ਉਸ ਗੱਲ ਦਾ ਜਿਹੜਾ ਅਸਰ ਹੈ ਉਹ ਸਾਡੀ ਆਤਮਾ ਤੇ, ਸਾਡੇ ਮਨ ਤੇ, ਸਾਡੇ ਹਿਰਦੇ ਤੇ, ਸਾਡੇ ਤਨ ਤੇ ਨਹੀਂ ਹੁੰਦਾ। ਇੱਥੇ ਮਹਾਰਾਜ ਫਰਮਾਉਂਦੇ ਹਨ, ਸੁਣਿਆ ਅੰਤਰ ਆਤਮਾ ਤੋਂ ਨਾਮ ਸੁਣਨ। ਗੱਲ ਨਾਮ ਦੇ ਸੁਣਨ ਦੀ ਹੋ ਰਹੀ ਹੈ, ਦੁਨਿਆਵੀ ਗੱਲਾਂ ਦੀ ਨਹੀਂ ਹੋ ਰਹੀ, ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਗੱਲ। ਔਰ ਜਦੋਂ ਵੀ ਇਸ ਪੌੜੀ ਦੇ ਅਰਥ ਕਰਨੇ ਹੈ, ਨਾਲ ਸ਼ਬਦ ਵਰਤਣਾ ਅੰਤਰ ਆਤਮਾ ਤੋਂ, ਕਿਉਂਕਿ ਜੇ ਆਪਾਂ ਸਿੱਧੇ ਅਰਥ ਕਰ ਜਾਾਂਗੇ ਸੁਣਨ ਤੋਂ ਤੇ ਫਿਰ ਉਹ ਭੁਲੇਖਾ ਪੈ ਜਾਏਗਾ ਵੀ ਕੰਨਾਂ ਦੇ ਨਾਲ ਸੁਣਨ ਦੀ ਗੱਲ ਹੋ ਰਹੀ ਹੈ। ਕੰਨਾਂ ਦੇ ਨਾਲ ਸੁਣਨ ਦੀ ਗੱਲ ਇੱਥੇ ਬਾਹਰੀ ਤੌਰ ਤੇ, ਹਾਂ ਸੁਣਨਾ ਤੇ ਇਹਨਾਂ ਕੰਨਾਂ ਦੇ ਨਾਲ ਹੀ ਹੈ, ਪਰ ਇਹਨਾਂ ਕੰਨਾਂ ਦੇ ਨਾਲ ਸੁਣ ਕੇ ਸੁਣੀ ਹੋਈ ਗੱਲ ਨੂੰ ਆਤਮਾ ਤੱਕ ਲੈ ਕੇ ਜਾਣਾ, ਬਸ ਆਹ ਗੱਲ ਦਾ ਖਿਆਲ ਕਰਨਾ। ਇਸ ਲਈ ਆਪਾਂ ਸ਼ਬਦ ਇੱਥੇ ਵਰਤ ਰਹੇ ਹਾਂ, ਅੰਤਰ ਆਤਮਾ ਤੋਂ ਸੁਣਨਾ, ਕਿਉਂਕਿ ਜਿਹੜਾ ਸਾਡਾ ਮੂਲ ਹੈ ਉਹ ਅੰਤਰ ਆਤਮਾ ਹੈ। ਉੱਥੇ ਤੱਕ ਉਸ ਗੱਲ ਨੂੰ ਆਪਾਂ ਪਹੁੰਚਾਉਣੀ ਹੈ। ਮਹਾਰਾਜ ਫਰਮਾਉਂਦੇ, ਸੁਣਿਐ ਈਸਰ ਬਰਮਾ ਇੰਦ। ਈਸਰ ਦੇ ਅੱਖਰੀ ਅਰਥ ਹੈ ਸ਼ਿਵ ਜੀ, ਬਰਮਾ ਦੇ ਅੱਖਰੀ ਅਰਥ ਹੈ ਬ੍ਰਹਮਾ, ਜਿਹਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਹੈ ਸਨਾਤਨ ਧਰਮ ਵਾਲਿਆਂ ਨੇ। ਸ਼ਿਵ ਜੀ ਦੀ ਆਪਾਂ ਉਦੋਂ ਗੱਲ ਕੀਤੀ ਸੀ, ਸ਼ਿਵ ਜੀ ਨੂੰ ਮੰਨਿਆ ਹੋਇਆ ਉਹਨਾਂ ਨੇ ਕਿ ਉਹ ਕਚਹਿਰੀ ਲਗਾ ਕੇ ਬੈਠੇ ਹੋਏ ਹਨ, ਤੇ ਜਦੋਂ ਵੀ ਇਨਸਾਨ ਦਾ ਸਮਾਂ ਪੂਰਾ ਹੁੰਦਾ ਹੈ ਉਹ ਉਹਨੂੰ ਵਾਪਸ ਬੁਲਾ ਲੈਂਦੇ ਹਨ। ਇਹ ਸਨਾਤਨ ਮਤ ਦੀ ਵਿਚਾਰ ਹੈ, ਗੁਰਮਤ ਦੀ ਵਿਚਾਰ ਨਹੀਂ ਹੈ। ਗੁਰਮਤ ਦੇ ਵਿੱਚ ਤੇ ਮਹਾਰਾਜ ਕਹਿ ਰਹੇ ਹੈ ਉਹ ਇੱਕੋ ਹੀ ਪਰਮਾਤਮਾ ਸਾਰਾ ਕੁਝ ਕਰ ਰਿਹਾ ਹੈ, ਆਪੇ ਹੀ ਜੀ ਪੈਦਾ ਕਰ ਰਿਹਾ ਹੈ ਤੇ ਆਪੇ ਹੀ ਉਹਨਾਂ ਨੂੰ ਜਦੋਂ ਉਹਨਾਂ ਦਾ ਸਮਾਂ ਪੁੱਗ ਜਾਂਦਾ ਆਪੇ ਬੁਲਾ ਰਿਹਾ। ਇਹ ਗੁਰਮਤ ਦੀ ਵਿਚਾਰ ਹੈ। ਲੇਕਿਨ ਫਿਰ ਵੀ ਸਾਨੂੰ ਬੜੇ ਧਿਆਨ ਦੇ ਨਾਲ ਦੋਨਾਂ ਵਿਚਾਰਾਂ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ। ਈਸ਼ਰ ਦਾ ਅੱਖਰੀ ਅਰਥ ਸ਼ਿਵ ਜੀ, ਬਰਮਾ ਦਾ ਅੱਖਰੀ ਅਰਥ ਹੈ ਬ੍ਰਹਮਾ ਦੇਵਤਾ, ਤੇ ਇੰਦ ਦਾ ਅੱਖਰੀ ਅਰਥ ਹੈ ਇੰਦਰ ਦੇਵਤਾ, ਜਿਹਨੂੰ ਮੀਂਹ ਦਾ ਦੇਵਤਾ ਕਿਹਾ ਹੋਇਆ, ਜਿਹਨੂੰ ਮੀਂਹ ਦਾ ਦੇਵਤਾ ਕਿਹਾ। ਹੁਣ ਇਹਨਾਂ ਤਿੰਨਾਂ ਦੇ ਬਾਰੇ ਮਹਾਰਾਜ ਕਹਿੰਦੇ, ਸੁਣਿਆ ਜਦੋਂ ਤੂੰ ਅੰਤਰ ਆਤਮਾ ਤੋਂ ਨਾਮ ਨੂੰ ਸੁਣੇਗਾ, ਤੇਰੀ ਅਵਸਥਾ ਇਹਨਾਂ ਤੋਂ ਵੀ ਉੱਪਰ ਬਣ ਜਾਵੇਗੀ। ਇੱਕ ਇਹਦੇ ਇਹ ਅਰਥ ਕੀਤੇ ਆ। ਦੂਸਰੇ ਅਰਥ ਇਹਨਾਂ ਨੇ ਇਹ ਕੀਤੇ ਹੈ ਕਿ ਜਦੋਂ ਤੂੰ ਅੰਤਰ ਆਤਮਾ ਤੋਂ ਨਾਮ ਨੂੰ ਸੁਣੇਗਾ, ਉਸ ਵੇਲੇ ਤੈਨੂੰ ਇਹਨਾਂ ਦੇ ਬਾਰੇ ਆਪਣੇ ਆਪ ਸਾਰਾ ਗਿਆਨ ਹੋ ਜਾਵੇਗਾ ਕਿ ਇਹਨਾਂ ਦੀ ਕੀ ਅਵਸਥਾ ਸੀ। ਵੈਸੇ ਇਹਨਾਂ ਦੀ ਅਵਸਥਾ ਦੀ ਅੱਗੇ ਜਾ ਕੇ ਇੱਕ ਪੌੜੀ ਆਉਣੀ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਫਿਰ ਮਹਾਰਾਜ ਕਹਿੰਦੇ ਅਵਸਥਾ ਕੀ ਇਹਨਾਂ ਦੀ, ਜਿਵ ਤਿਸ ਭਾਵੈ, ਜਿੱਦਾਂ ਉਹਨਾਂ ਨੂੰ ਭਾਉਂਦਾ, ਇਹ ਉਹਦੇ ਤੋਂ ਬਾਹਰ ਨਹੀਂ ਹੈ। ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫੁਰਮਾਨ। ਇਹ ਹੁਣ ਅੱਗੇ ਹੋਰ ਆਪਾਂ ਦੋ ਪ੍ਰਮਾਣ ਲੈਣੇ, ਫਿਰ ਆਪਾਂ ਅੱਗੇ ਚੱਲਣਾ। ਸੁਣਿਆ ਮੁਖ ਸਲਾਹਨ ਮੰਦ ਦੀ ਗੱਲ ਕਰਨੀ ਆਪਾਂ ਜ਼ਿਆਦਾ। ਮਹਾਰਾਜ ਕਹਿੰਦੇ
ब्रह्मा विष्णु महादेव त्रैगुण रोगी। बड़े ध्यान नाल सुन लियो, ये तीनों ही तीन गुणा दे करके रोगी होया। वो तीन गुण किहड़े आ, बार बार आपां गल कर रहे हैं। तीन गुण किहड़े आ? रजगुण, तमगुण ते सतगुण। जदों परमात्मा की प्राप्ति करनी ना, इन्हां तिन्नां गुणां तो बाहर निकल के चौथे गुण च पहुंचना, उन्होंने कहते हैं सहज अवस्था, उन्होंने कहते हैं परम पद, उन्होंने कहते हैं निर्वाण पद, कुछ भी कह लो। चौथी अवस्था दे विच परमात्मा की प्राप्ति होनी है। जे इन्हां विच ही रह गए तो इन्हां विच ही जम्मे सीगे ते इन्हां विच ही जवानी, इन्हां विच ही बुढ़ापा ते इन्हां विच ही मौत। महाराज कहते हैं ब्रह्मा विष्णु महादेव त्रैगुण रोगी विच हौमे कार कमाई। विच हौमे कार, ये तीन देवते भी रोगी है और ये सारी उम्र इन्हां ने हौमे दे विच जिहड़ी कार है वो कमाई की है। कार दी कमाई की है, जो भी इन्हां ने कार की है, कमाई की है, वो हौमे दे विच की है। एक प्रमाण है। दूजा प्रमाण मैं तुहाडे अगे रख देना, पर उहदे अर्थ आपां किते फेर करांगे। मैला ब्रह्मा, मैला इंद, मैला रव, मैला है चंद, मैला शंकर। महाराज कहते ये जिहड़े सारे है ना, ये मैले है। हुण क्यों मैले है? ये बाबा कबीर जी दा बचन है, एक किते आपां फेर विचार करांगे। मैला ब्रह्मा, मैला इंद, मैला रव, मैला है इंद चंद। रव मैंने सूरज, सूरज ते चंद्रमा, ये भी जड़े हन ये मैले हन। महाराज कहते बाबा कबीर बचन, फिर महाराज कहते सुनिया ईसर बर्मा इंद, कहते जदों तू उस नाम दे नाल जुड़ेगा, जदों नाम तेरे कन्ना दे विच पवेगा ते तेरी अवस्था इन्हां तो उच्ची हो जाएगी। तू इन्हां तो रजगुण तमगुण सतगुण नूं छड्ड के परमात्मा दे नाल तू जड़ा जाके जुड़ जावेगा। सुनिया मुख सालाहन, सालाहन सस्से नूं कन्ना लगा होया, बड़े प्यार नाल उच्चार करना। सालाहन मंद, मुख सलाहन। मंद दा अखरी अर्थ है भैड़ी बिरती, मंदे बोल बोलने। कहंदे जदों तू परमात्मा दे नाम नूं अंतर आत्मा तो सुनेगा ते तू जिहड़ा भैड़े बोल बोलदा सीगा, वो तेरी बिरती बदल के मुख सलाहन, तू उसे मुख दे नाल परमात्मा दी सिफत करन लग पवेगा। ਇਹਦਾ मतलब समझ लीए भी अजे तक आपां नाम सुनिया नहीं जिहड़ा सुनना चाहिए सीगा, क्योंकि साडी जुबान ते सिर्फ रब दा नाम ही आना चाहिए सी, उहदियां सिफतां ही आउणियां चाहिए सी। आओ एक दो प्रमाण आपां गुरु ग्रंथ साहब चों लईए। मुख सलाहन मंद, अवस्था किस तरह बनती है? एक प्रमाण मैं तुहानूं दियां। गुरु नानक देव जी महाराज ना तुलंबे की धरती ते गए है जी, तुलंबे की धरती ते गए ते नाल भाई साहब भाई मरदाना जी उन्हां दे नाल। ते गुरु नानक साहिब जी ने जा करके उत्थे की देखिया, उत्थे एक इंसान है, उन्हें ना अपने धर्मशाला बनाई हुई है। ते धर्मशाला जिथे बनाई है यात्रियों के आउण वास्ते रहन वास्ते, उत्थे उन्हें एक मंदिर भी बनाया ते एक मस्जिद भी बनाई, तां जो हिंदुआं दे वास्ते मंदिर ते मुसलमानां दे वास्ते मस्जिद। तुसीं शायद समझ गए होवोगे मैं सज्जन ठग की गल करन लगा आप जी दे नाल। ते गुरु नानक देव जी महाराज रात दा समा, कोई रात नूं 11-12 बजे का समा, ते गुरु नानक देव जी ने मरदाने नूं कहा, मरदानिया रबाब छेड़, बाणी आई है। बाणी आई है, बाणी गुरु नानक देव जी नूं आई है, रबाब मरदाने ने छेड़नी है। मरदानिया रबाब छेड़, बाणी आई है। भाई मरदाना जी ने हुक्म की पालना करदियां होया रबाब नूं छेड़िया। एक मैं आप जी नूं बेनती करा, मरदाने दा
ਤੇ ਗੁਰੂ ਨਾਨਕ ਦੇਵ ਜੀ ਦਾ ਅੰਤਰ ਆਤਮਾ ਦਾ ਇੰਨਾ ਮਿਲਣ ਸੀਗਾ ਕਿ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਨਹੀਂ ਸੀ ਪੈਂਦਾ ਕਿ ਇਸ ਰਾਗ ਵਿੱਚ ਬਾਣੀ ਰਬਾਬ ਚਲਾ, ਰਬਾਬ ਵਜਾ। ਬੜੇ ਧਿਆਨ ਨਾਲ ਸੁਣਿਓ, ਰਬਾਬ ਰਾਗ ਦਾ ਨਾਮ ਦੇ ਮਰਦਾਨੇ ਨੂੰ ਪਤਾ ਲੱਗ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਕਿਹੜੇ ਰਾਗ ਦੇ ਵਿੱਚ ਬਾਣੀ ਉਚਾਰਨ ਲੱਗੇ। ਇਸ ਤਰ੍ਹਾਂ ਦਾ ਮਿਲਾਪ ਪਰਮਾਤਮਾ ਦੇ ਨਾਲ ਸਾਡਾ ਹੋਣਾ ਚਾਹੀਦਾ, ਅੰਤਰ ਆਤਮਾ ਤੋਂ। ਇੱਕ ਨਾ ਚਲੋ ਸ਼ਬਦ ਸਾਹਮਣੇ ਆ ਗਿਆ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣਨੀ। ਮੇਰੇ ਮਿੱਤ ਦਾ, ਪਰਮਾਤਮਾ ਦਾ ਜਿਹੜਾ ਚਿੱਤ ਨਾ ਉਹ ਬੜਾ ਕਹਿੰਦੇ ਵਿਸ਼ਾਲ ਹੈ। ਫਿਰ ਮਹਾਰਾਜ ਕਹਿੰਦੇ ਹੁਣ ਤੇਰਾ ਚਿੱਤ ਜਦੋਂ ਉਹਦੇ ਚਿੱਤ ਵਿੱਚ ਮਿਲੇਗਾ ਨਾ ਤੇ ਫੇਰ ਤੇਰੇ ਅੰਦਰ ਆਨੰਦ ਆਵੇਗਾ। ਅਸੀਂ ਆਮ ਤੌਰ ਤੇ ਕਹਿੰਦੇ ਆ ਸੁੱਖ ਨਹੀਂ ਮਿਲਦਾ ਅੰਦਰੋਂ, ਬਾਣੀ ਦਾ ਰਸ ਨਹੀਂ ਹੁੰਦਾ। ਆਪਾਂ ਕਹਿੰਦੇ ਨਾ ਬਾਣੀ ਦਾ ਰਸ ਨਹੀਂ ਹੁੰਦਾ, ਸਾਧ ਸੰਗਤ ਜੀ ਇੱਕ ਵੱਖਰਾ ਰਸ ਹੈ। ਮਹਾਰਾਜ ਕਹਿੰਦੇ ਚਿੱਤੇ ਚਿੱਤ ਸਮਾਏ, ਆਪਣੇ ਚਿੱਤ ਨੂੰ ਉਸ ਪਰਮਾਤਮਾ ਦੇ ਚਿੱਤ ਨਾਲ ਕਹਿੰਦੇ ਜੋੜ ਦੇ। ਪਹਿਲਾ ਮਹਾਰਾਜ ਕਹਿੰਦੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀ, ਉਹਦੇ ਬਾਰੇ ਭੇਦ ਬਾਰੇ, ਉਸ ਪਰਮਾਤਮਾ ਦੇ ਚਿੱਤ ਬਾਰੇ ਕਹਿੰਦੇ ਕੁਝ ਨਹੀਂ ਪਤਾ। ਫਿਰ ਮਹਾਰਾਜ ਕਹਿੰਦੇ ਜੇ ਤੂੰ ਰਸ ਲੈਣਾ ਚਾਹੁੰਦਾ, ਜੇ ਤੂੰ ਆਨੰਦ ਲੈਣਾ ਚਾਹੁੰਦਾ, ਜੇ ਤੂੰ ਅੰਦਰ ਦਾ ਸੁੱਖ ਲੈਣਾ ਚਾਹੁੰਦਾ ਬਾਣੀ ਪੜ੍ਹ ਕੇ, ਤੇ ਮਹਾਰਾਜ ਕਹਿੰਦੇ ਚਿੱਤੇ ਚਿੱਤ ਸਮਾਏ ਤਾਂ ਹੋਵੇ ਆਨੰਦ ਘਨਾ। ਆਨੰਦ ਘਨਾ, ਜਦੋਂ ਤੇਰਾ ਚਿੱਤ ਪਰਮਾਤਮਾ ਦੇ ਚਿੱਤ ਦੇ ਨਾਲ ਜੁੜ ਜਾਵੇਗਾ ਫਿਰ ਤੈਨੂੰ ਅੰਦਰੋਂ ਰਸ ਆਵੇਗਾ। ਬੜੀ ਉੱਚੀ ਅਵਸਥਾ ਦੀ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਣੀ ਉਹਨਾਂ ਦੀ ਹੈਗੀ ਹੈ ਫੁਨਹੇ। ਮੈਂ ਇੱਥੇ ਬੇਨਤੀ ਕਰ ਰਿਹਾ ਸੀ, ਭਾਈ ਮਰਦਾਨਾ ਜੀ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਵੀ ਮਰਦਾਨਿਆ ਇਸ ਰਾਗ ਦੇ ਵਿੱਚ ਆਪਾਂ ਬਾਣੀ ਉਚਾਰਨੀ ਹੈ, ਬਸ ਇੰਨਾ ਹੀ ਇਸ਼ਾਰਾ ਕਾਫੀ ਸੀ। ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਤੇ ਇੱਕ ਵਾਰ ਨਾ ਮਰਦਾਨਾ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਗੁਰੂ ਨਾਨਕ ਦੇਵ ਜੀ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਹੀ ਹੈ ਨਹੀਂਗਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਵੀ ਇਹ ਗੱਲ ਨੂੰ ਸਮਝਾ ਜਰਾ। ਪਤਾ ਤੇ ਸੀਗਾ ਗੁਰੂ ਨਾਨਕ ਦੇਵ ਜੀ ਨੂੰ, ਕਹਿੰਦੇ ਮਰਦਾਨਿਆ ਸਮਝਾ। ਤੇ ਅੱਗੋਂ ਮਰਦਾਨਾ ਕਹਿੰਦਾ ਤੂੰ ਰੱਬ ਦਾ ਸੇਵਕ ਤੇ ਮੈਂ ਤੇਰਾ ਸੇਵਕ, ਕੋਈ ਫਰਕ ਨਹੀਂ। ਕਹਿੰਦੇ ਤੂੰ ਰੱਬ ਦਾ ਪੱਲਾ ਫੜਿਆ, ਮੈਂ ਤੇਰਾ ਪੱਲਾ ਫੜਿਆ। ਤੂੰ ਰੱਬ ਦੀਆਂ ਸਿਫਤਾਂ ਗਾਉਣਾ, ਮੈਂ ਤੇਰੀਆਂ ਸਿਫਤਾਂ ਗਾਉਣਾ। ਕਹਿੰਦੇ ਦੱਸ, ਕਹਿੰਦੇ ਫਿਰ ਤੇਰੇ ਵਿੱਚ ਤੇ ਮੇਰੇ 'ਚ ਕੋਈ ਫਰਕ ਹੈ? ਤੇ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਫਿਰ ਨਾ ਸੀਨੇ ਨਾਲ ਲਾਇਆ। ਕਹਿੰਦੇ ਮਰਦਾਨਿਆ ਮੈਂ ਰੱਬ ਦਾ ਡੂਮ ਤੇ ਤੂੰ ਮੇਰਾ ਡੂਮ। ਕਹਿੰਦੇ ਮੈਂ ਰੱਬ ਦਾ ਡੂਮ ਤੇ ਤੂੰ ਮੇਰਾ ਕਹਿੰਦੇ ਡੂਮ। ਕਹਿੰਦੇ ਮੈਂ ਰੱਬ ਦੀਆਂ ਸਿਫਤਾਂ ਗਾਉਣਾ ਤੇ ਤੂੰ ਮੇਰੀਆਂ ਗਾਉਣਾ। ਵਾਕਿਆ ਹੀ ਕਹਿੰਦੇ ਮਰਦਾਨਿਆ ਕਹਿਣ ਤੋਂ ਭਾਵ ਕਿ ਰੱਬ ਦੇ ਨਾਲ ਯਾਰੀ ਲਾਉਣੀ ਹੈ ਤੇ ਇਦਾਂ ਦੀ ਹੋਣੀ ਚਾਹੀਦੀ ਹੈ। ਚਲੋ ਆਪਾਂ ਅੱਗੇ ਚੱਲੀਏ। ਸੁਣਿਆ ਮੁਖ ਸਲਾਹਨ ਮੰਦ। ਤੇ ਗੁਰੂ ਨਾਨਕ ਦੇਵ ਜੀ ਰਾਤ ਦਾ ਸਮਾਂ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਗੁਰੂ ਨਾਨਕ ਦੇਵ ਜੀ ਨੇ ਉੱਚੀ ਸ਼ਬਦ ਪੜਿਆ, ਉਜਲ ਕੇਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ 100 ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ, ਅੱਗੇ ਲੇਖਾ ਮੰਗਿਆ। ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗਣ ਤਿੱਥੇ ਖਰੇ ਦਿਸਨ, ਬੱਗੇ ਬੱਗਾ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਨਾ ਬੱਗੇ ਨਾ ਕਹੀਆਂ। ਬੜੇ ਪਿਆਰੇ ਅਰਥ ਹੈ। ਉਜਲ ਕੇਹਾ ਚਿਲਕਣਾ, ਕਹਿੰਦੇ ਕਹੇ ਦਾ ਬਰਤਨ ਤੂੰ ਉਹਨੂੰ ਜਿੰਨਾ ਮਰਜ਼ੀ ਕਹਿੰਦੇ ਸਾਫ਼ ਕਰ ਲੈ, ਪਰ ਉਹ ਕਹਿੰਦੇ ਸਾਫ਼ ਨਹੀਂ ਹੋਏਗਾ। ਧੋਤਿਆਂ ਝੂਠ ਨਾ, ਦਰਅਸਲ ਕਹਿ ਦਾ ਬਰਤਨ ਸਾਡਾ ਮਨ ਹੈ। ਧੋਤਿਆਂ ਝੂਠ ਨਾ ਉਤਰੇ, ਜੇ ਤੂੰ ਇਸ ਮਨ ਨੂੰ ਧੋਣ ਵਾਸਤੇ ਤਨ ਨੂੰ ਲੈ ਕੇ ਜਾ ਰਿਹਾ ਤੀਰਥ ਅਸਥਾਨਾਂ ਤੇ, ਮਹਾਰਾਜ ਕਹਿੰਦੇ ਇਹ ਨਹੀਂ ਉਹ ਸਾਫ਼ ਹੋਣਾ, ਕਿਉਂਕਿ ਮੈਲ ਤਾਂ ਤੇਰੇ ਅੰਦਰ ਲੱਗੀ ਹੋਈ ਹੈ।
ਧੋਤਿਆਂ ਜੂਠ ਨਾ ਉਤਰੇ, ਜੇ 100 ਧੋਵਾਂ ਤਿਸ। ਫਿਰ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਸੱਜਣ ਕਹਿ ਰਿਹਾ। ਮਹਾਰਾਜ ਕਹਿੰਦੇ ਸੱਜਣ ਸੇਈ ਨਾਲ ਮੈਂ। ਸੱਜਣ ਕੌਣ ਹੈ? ਅਸੀਂ ਵੀ ਆਪਣੇ ਸਾਥੀ ਬਣਾਉਂਦੇ ਆ, ਪਰ ਮਹਾਰਾਜ ਕਹਿੰਦੇ ਇਹ ਤਾਂ ਇੱਥੇ ਹੀ ਰਹਿ ਜਾਣੇ। ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ। ਘਰ ਵਾਲੀ ਵੀ ਕਹਿੰਦੀ ਹੈ ਘਰ ਵਾਲੇ ਨੂੰ ਤੂੰ ਮੇਰਾ ਸੱਜਣ ਹੈ, ਪਰ ਬਾਣੀ ਕਹਿੰਦੀ ਹੈ ਖਸਮ ਮਰੇ ਤਉ ਨਾਰ ਨਾ ਰੋਵੇ। ਉਸ ਰਖਵਾਰਾ ਔਰੋ ਹੋਵੇ, ਉਸ ਰਖਵਾਰਾ ਔਰੋ ਹੋਵੇ। ਮਹਾਰਾਜ ਕਹਿੰਦੇ ਇਹ ਸੱਜਣ ਤੇਰਾ ਇੱਥੇ ਹੀ ਰਹਿ ਜਾਣਾ। ਖੈਰ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖਰੇ ਦਿਸਣ। ਮਹਾਰਾਜ ਕਹਿੰਦੇ ਸੱਜਣ ਉਹ ਹੈ ਕਿ ਉਹ ਤੇਰੇ ਨਾਲ ਹਮੇਸ਼ਾ ਜਿਹੜਾ ਰਵੇ, ਚਾਹੇ ਲੋਕ ਹੈ ਚਾਹੇ ਪਰਲੋਕ ਹੈ। ਫਿਰ ਮਹਾਰਾਜ ਕਹਿੰਦੇ ਬੱਗੇ ਬੱਗਾ ਕੱਪੜੇ ਤੀਰਥ ਮੰਝ ਬਸਨ। ਇੱਕ ਬਗਲਾ ਕਹਿੰਦੇ ਤੀਰਥ ਅਸਥਾਨ ਤੇ ਆ ਕੇ ਇੱਕ ਲੱਤ ਦੇ ਭਾਰ ਤੇ ਅੱਖਾਂ ਬੰਦ ਕਰਕੇ ਖੜਾ ਕਿ ਮੇਰੇ ਵਰਗਾ ਧਰਮੀ ਹੀ ਕੋਈ ਨਹੀਂ। ਜਦੋਂ ਉਹਦੇ ਕੋਲ ਕਹਿੰਦੇ ਦਰਿਆ ਦੇ ਕੋਲ, ਸਮੁੰਦਰ ਦੇ ਕੋਲ, ਉਹ ਕਿਨਾਰੇ ਤੇ ਖੜਾ, ਲਾਗੇ ਕਹਿੰਦੇ ਮੱਛੀਆਂ ਦਾ ਪੂੰਗ ਆਇਆ, ਉਹਨੇ ਮੱਛੀਆਂ ਨੂੰ ਕਹਿੰਦੇ ਮੂੰਹ ਦੇ ਵਿੱਚ ਪਾ ਕੇ ਖਾ ਲਿਆ। ਮੇਰੇ ਵਰਗਾ ਕਹਿੰਦਾ ਧਰਮੀ ਕੋਈ ਨਹੀਂ। ਬੱਗੇ ਬੱਗਾ ਕੱਪੜੇ ਤੀਰਥ ਮੰਝ ਬਸਨ। ਘੁੱਟ ਘੁੱਟ ਜੀਆਂ ਖਾਵਨਾ, ਘੁੱਟ ਘੁੱਟ ਜੀਆਂ ਖਾਵਨਾ, ਬੱਗੇ ਨਾ ਕਹੀਨ। ਉਹ ਕਹਿੰਦੇ ਬਗਲਾ ਨਹੀਂ ਹੈ। ਜਦੋਂ ਇਹ ਬੋਲ ਸੱਜਣ ਠੱਗ ਨੇ ਸੁਣੇ ਨਾ, ਉੱਠ ਕੇ ਆਇਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਆ ਕੇ ਡਿੱਗ ਗਿਆ। ਕਹਿੰਦੇ ਗੁਰੂ ਨਾਨਕ ਦੇਵ ਜੀ ਇਹ ਜਿਹੜੇ ਅਗੰਮੀ ਬੋਲ ਹਨ, ਇਸ ਅਗੰਮੀ ਬੋਲਾਂ ਨੇ ਤਾਂ ਮੇਰਾ ਅੰਦਰ ਹੀ ਕਹਿੰਦੇ ਹਿਲਾ ਦਿੱਤਾ। ਤੁਸੀਂ ਇੱਕ ਸਾਖਸ਼ਾਤ ਪਰਮਾਤਮਾ ਦਾ ਕਹਿੰਦੇ ਰੂਪ ਹੋ। ਕਹਿੰਦੇ ਅੱਜ ਤੋਂ ਬਾਅਦ ਕਹਿੰਦੇ ਮੈਂ ਤੋਬਾ ਕਰਦਾ ਕਿ ਜੋ ਕੁਛ ਮੈਂ ਕਰਦਾ ਸੀ, ਜਿਨ੍ਹਾਂ ਨੂੰ ਠੱਗਦਾ ਸੀ, ਜਿਨ੍ਹਾਂ ਨੂੰ ਮਾਰਦਾ ਸੀ, ਜਿਨ੍ਹਾਂ ਦਾ ਕਤਲ ਕਰਦਾ ਸੀਗਾ, ਉਹ ਅੱਜ ਤੋਂ ਬੰਦ। ਤੁਸੀਂ ਮੈਨੂੰ ਉਪਦੇਸ਼ ਦੇ ਕੇ ਜਾਓ। ਉੱਥੇ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਮਹਾਰਾਜ ਫਰਮਾਉਂਦੇ ਸੁਣਿਐ ਮੁਖ ਸਲਾਹਨ ਮੰਦ। ਉਹ ਫਿਰ ਗੁਰੂ ਨਾਨਕ ਦੀਆਂ ਸਿਫਤਾਂ ਹੀ ਜਿਹੜੀਆਂ ਕਰਨ ਲੱਗ ਪਿਆ। ਇੱਕ ਹੋਰ ਬਚਨ ਦਿਆਂ ਪ੍ਰਮਾਣ ਰੱਖਾਂ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਜੀ, ਅਪੁਸ਼ਟ ਬਾਤ ਤੇ ਭਈ ਸਿਧਰੀ। ਜਿਹੜਾ ਬੰਦਾ ਸਾਰੀ ਉਮਰ ਪੁੱਠੀਆਂ ਗੱਲਾਂ ਕਰਦਾ ਸੀ ਨਾ, ਪੁੱਠੇ ਕੰਮ ਕਰਦਾ ਸੀ ਨਾ, ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਉਹਦੇ ਕੰਮ ਸਿੱਧੇ ਹੋ ਗਏ। ਅਪੁਸ਼ਟ ਬਾਤ ਤੇ ਭਈ ਸਿਧਰੀ, ਦੂਤ ਦੁਸ਼ਟ ਸਜਨਈ। ਜਿਹੜੇ ਉਹਦੇ ਦੁਸ਼ਮਣ ਸੀਗੇ ਨਾ, ਅੱਜ ਉਹੀ ਜਦੋਂ ਰੱਬ ਨਾਲ ਜੁੜਿਆ ਤੇ ਉਹਦੇ ਮਿੱਤਰ ਬਣ ਗਏ। ਇਹ ਸੁਣਿਆ, ਸੁਣਨ ਦੇ, ਨਾਮ ਨੂੰ ਸੁਣਨ ਦੇ ਮਹਾਰਾਜ ਕਹਿੰਦੇ ਇਹ ਕਹਿੰਦੇ ਫਾਇਦੇ ਹਨ। ਮਹਾਰਾਜ ਫਰਮਾਉਂਦੇ ਸੁਣਿਆ ਮੁਖ ਸਲਾਹਨ ਮੰਦ। ਬਹੁਤ ਐਸੀਆਂ ਸਾਡੇ ਕੋਲ ਸਾਖੀਆਂ, ਕੌਡਾ ਰਾਕਸ਼। ਚਲੋ ਇੱਕ ਹੋਰ ਮੈਂ ਆਪ ਜੀ ਨੂੰ ਸੁਣਾ ਦਿਆਂ। ਇੱਕ ਨਾ ਭਾਈ ਗੁਰਦਾਸ ਜੀ ਵਾਰ ਲਿਖਦੇ ਆ, ਉਹ 'ਚ ਇੱਕ ਪੰਕਤੀ ਹੈ ਜੀ, ਇਹ ਪੌੜੀ ਹੈ ਇੱਕ ਵੈਸ਼ਿਆ ਦੇ ਬਾਰੇ। ਵੈਸ਼ਿਆ ਸਮਝਦੇ ਹੋ ਨਾ, ਜਿਹਨੂੰ ਬਾਣੀ ਵਿੱਚ ਗਨਕਾ ਕਿਹਾ ਗਿਆ। ਗਨਕਾ ਜਿਹਦੇ ਸੰਬੰਧ ਇੱਕ ਦੇ ਨਾਲ ਨਹੀਂ, ਪਤਾ ਨਹੀਂ ਕਿੰਨਿਆਂ ਦੇ ਨਾਲ, ਉਹਨੂੰ ਕਹਿੰਦੇ ਗਨਕਾ। ਕਲੀਅਰ ਕਰਤਾ ਮੈਂ ਤੁਹਾਨੂੰ। ਭਾਈ ਗੁਰਦਾਸ ਜੀ ਲਿਖਦੇ ਕਿ ਉਹ ਗਨਕਾ ਜਿਹੜੀ ਸੀ ਨਾ, ਉਹਦੇ ਬੜੇ ਮਾੜੇ ਹਾਲਾਤ ਸੀਗੇ ਤੇ ਇੱਕ ਮਹਾਪੁਰਸ਼ ਉਹਦੇ ਘਰ ਦੇ ਬਾਹਰਲੇ ਪਾਸੇ ਆ ਕੇ ਖੜਾ ਹੋ ਗਿਆ। ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਇੰਨੇ ਪਾਪ ਕੀਤੇ ਸੀਗੇ ਕਿ ਉਹਦੇ ਗਲੇ ਦੇ ਵਿੱਚ ਪਾਪਾਂ ਦਾ ਹਾਰ ਸੀ। ਪਾਪਾਂ ਦਾ ਮਤਲਬ ਕਿ ਕਿੰਨੀ ਕੁ ਉਹਨੇ ਗਿਣਤੀ ਕੀਤੀ ਸੀ ਕਿ ਪਾਪ ਕਰਕੇ ਉਹਦੀ ਕੋਈ ਗਿਣਤੀ ਨਹੀਂ ਸੀ। ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਆਨ ਚਾਣ ਚੱਕ ਅਚਾਨਕ ਇੱਕ ਮਹਾਪੁਰਸ਼ ਉਹਦੇ ਵਿਹੜੇ ਦੇ ਆ ਕੇ ਖੜਾ ਹੋ ਗਿਆ।
ਹੁਣ ਉਹਨੇ ਇਹ ਸੋਚਿਆ ਵੀ ਸ਼ਾਇਦ ਇਹ ਮੇਰੇ ਨਾਲ ਸੰਬੰਧ ਬਣਾਉਣ ਆਇਆ, ਕਿਉਂਕਿ ਵੈਸ਼ਿਆ ਸੀਗੀ, ਬਿਰਤੀ ਉਹਦੀ ਉਹੀ ਸੀਗੀ। ਰਾਤ ਸਾਰੀ ਰਾਤ ਸੋਚਦੀ ਸੀਗੀ ਕਿਹੜਾ ਸਵੇਰੇ ਨਵਾਂ ਗਾਹਕ ਆਵੇ, ਸਵੇਰੇ ਸੋਚਦੀ ਸੀ ਦੁਪਹਿਰੇ ਕਿਹੜਾ ਆਵੇ, ਦੁਪਹਿਰੇ ਸੋਚਦੀ ਸੀ ਰਾਤ ਨੂੰ ਕੌਣ ਆਵੇ। ਉਹਦੇ ਅੰਦਰ ਇਹੋ ਕੁਝ ਭਾਈ ਗੁਰਦਾਸ ਜੀ ਨੇ ਪੂਰਾ ਉਹਦੇ ਬਾਰੇ ਵੇਵਤਾ। ਫਿਰ ਉਸ ਮਹਾਪੁਰਸ਼ ਨੇ ਗਨਕਾ ਨੂੰ ਸਮਝਾਇਆ, ਕਹਿੰਦੇ ਧੀਏ ਜਿਹੜੇ ਤੂੰ ਕੰਮ ਕਰਦੀ ਪਈ ਆ ਨਾ, ਇਹ ਕੰਮ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਇਹਨਾਂ ਨਾਲ ਕਬੂਲ ਨਹੀਂ ਹੋ ਸਕਦੀ। ਫਿਰ ਉਹਨੇ ਕਿਹਾ ਮੈਂ ਕੀ ਕਰਾਂ। ਉਹ ਫਿਰ ਉਸ ਮਹਾਪੁਰਸ਼ ਨੇ ਇੱਕ ਉਹਨੂੰ ਦਿੱਤਾ ਤੋਤਾ। ਕਹਿੰਦੇ ਇਹ ਤੋਤਾ ਰਾਮ ਰਾਮ ਬੋਲੇਗਾ ਤੇ ਤੂੰ ਉਹਦੇ ਮਗਰ ਮਗਰ ਕਹਿੰਦੇ ਬੋਲਣਾ। ਤੇ ਗਨਕਾ ਨੇ ਇਹੋ ਹੀ ਕੰਮ ਸ਼ੁਰੂ ਕਰ ਦਿੱਤਾ। ਜਿਹੜੀ ਗਨਕਾ ਰਾਤ ਨੂੰ ਉੱਠ ਕੇ ਆਪਣੇ ਗਾਹਕਾਂ ਨੂੰ ਉਡੀਕਦੀ ਸੀ, ਉਹ ਜਦੋਂ ਰਾਮ ਦੇ ਨਾਮ ਦੇ ਨਾਲ ਜੁੜੀ, ਪਰਮਾਤਮਾ ਦੇ ਨਾਮ ਨਾਲ ਜੁੜੀ, ਉਹੀ ਗਨਕਾ ਉੱਠਦੀ ਤਾਂ ਅੱਜ ਫਿਰ ਰਾਤ ਨੂੰ ਹੈ, ਲੇਕਿਨ ਇਸ ਕੰਮ ਵਾਸਤੇ ਨਹੀਂ, ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਉੱਠਦੀ। ਦੇਖੋ ਬਿਰਤੀ ਚੇਂਜ ਹੋ ਗਈ ਨਾ। ਭਾਈ ਗੁਰਦਾਸ ਜੀ ਕਹਿੰਦੇ ਉਹ ਗਨਕਾ ਦਾ ਕਹਿੰਦੇ ਸਾਰਾ ਜਿਹੜਾ ਅੰਦਰ ਸੀ ਨਾ, ਉਹ ਕਹਿੰਦੇ ਬਦਲ ਗਿਆ ਔਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਕਹਿੰਦੇ ਕਬੂਲ ਹੋਈ। ਸੁਣਿਆ ਮੁਖ ਸਲਾਹਨ ਮੰਦ। ਅੱਗੇ ਮਹਾਰਾਜ ਫਰਮਾਉਂਦੇ, ਸੁਣਿਆ ਜੋਗ ਜੁਗਤ ਤਨ ਭੇਦ। ਦੇਖੋ ਜੋਗ ਤੇ ਜੁਗਤ ਨੂੰ ਇਕੱਠਾ ਬੋਲਣਾ, ਕਿਉਂਕਿ ਇੱਕ ਇਹਦਾ ਅਰਥ ਹੈ। ਅੱਗੇ ਤਨ ਭੇਦ ਉਹਨੂੰ ਵੱਖਰਾ ਕਰਕੇ ਸੁਣਿਆ ਜੋਗ ਜੁਗਤ ਤਨ ਭੇਦ। ਜੋਗ ਦਾ ਅਖਰੀ ਅਰਥ ਹੈ ਪਰਮਾਤਮਾ ਨਾਲ ਜੁੜਨਾ, ਤੇ ਜੋਗੀ ਦਾ ਅਰਥ ਹੈ ਜਿਹੜਾ ਜੁੜਿਆ ਹੋਇਆ। ਆ ਜਿਹੜੇ ਜੋਗੀ ਬਾਹਰ ਦੇਖਦੇ ਆ, ਇਹ ਜੋਗੀ ਨਹੀਂ ਹੈਗੇ, ਮਾਫ ਕਰਨਾ। ਇਹ ਜੋਗੀ ਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਲੱਭਣੀ ਪਊਗੀ। ਮਹਾਰਾਜ ਨੇ ਤੇ ਇੱਥੋਂ ਤੱਕ ਕਹਿਤਾ, ਪੰਡਤ ਦੀ ਪਰਿਭਾਸ਼ਾ, ਬ੍ਰਾਹਮਣ ਦੀ ਪਰਿਭਾਸ਼ਾ, ਸਾਰੀਆਂ ਪਰਿਭਾਸ਼ਾਵਾਂ, ਮੁਸਲਮਾਨ ਦੀ ਪਰਿਭਾਸ਼ਾ, ਜੋਗੀ ਦੀ ਪਰਿਭਾਸ਼ਾ, ਇਹ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਸਾਨੂੰ ਸਾਰੇ ਦਿੱਤੀਆਂ। ਮਹਾਰਾਜ ਕਹਿੰਦੇ ਸੋ ਪੰਡਤ ਜੋ ਮਨ ਪਰ ਬੋਧੇ, ਰਾਮ ਨਾਮ ਆਤਮ ਮਹਿ ਸੋਧੇ। ਸੁਖਮਨੀ ਸਾਹਿਬ ਦੇ ਵਿੱਚ ਹੁੰਦਾ, ਮੇਰੀਆਂ ਭੈਣਾਂ ਬਹੁਤ ਪੜ੍ਹਦੀਆਂ। ਸੋ ਪੰਡਤ ਕੌਣ ਹੈ? ਜਿਹਨੇ ਆਪਣੇ ਮਨ ਨੂੰ ਕਹਿੰਦੇ ਕਾਬੂ ਕੀਤਾ ਹੋਇਆ। ਰਾਮ ਨਾਮ ਆਤਮ ਮਹਿ ਸੋਧੇ, ਫਿਰ ਪਰਮਾਤਮਾ ਦਾ ਨਾਮ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ। ਬ੍ਰਾਹਮਣ ਕੌਣ ਹੈ? ਜਿਹੜਾ ਸਿਰਫ ਰੱਬ ਦੀ ਗੱਲ ਕਰਦਾ। ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਦਾ ਜਿਹੜਾ ਦਿਲ ਹੈ ਨਾ, ਉਹ ਮੋਮ ਦੇ ਵਾਂਗੂ ਹੋਣਾ ਚਾਹੀਦਾ। ਜਦੋਂ ਮੋਮਬੱਤੀ ਨੂੰ ਅੱਗ ਲਾਉਂਦੇ ਆ, ਬੱਤੀ ਵੀ ਸੜਦੀ ਹੈ ਤੇ ਮੋਮ ਵੀ ਪਿਘਲਦਾ ਨਾਲ। ਇਹ ਸਾਰਾ ਕੁਝ ਮਹਾਰਾਜ ਨੇ ਨਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਿਆ। ਮਹਾਰਾਜ ਇੱਥੇ ਫਰਮਾਉਂਦੇ, ਸੁਣਿਆ ਜੋਗ ਜੁਗਤ, ਤੈਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਜੁਗਤੀ ਹੈ ਨਾ, ਉਹ ਤੈਨੂੰ ਪਤਾ ਲੱਗ ਜਾਵੇਗੀ ਜਦੋਂ ਤੂੰ ਅੰਤਰ ਆਤਮਾ ਤੋਂ ਨਾਮ ਨੂੰ ਸੁਣੇਗਾ। ਜਦੋਂ ਅੰਤਰ ਆਤਮਾ ਤੋਂ ਨਾਮ ਨੂੰ ਸੁਣੇਗਾ, ਤੈਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਜੁਗਤੀ ਹੈ ਨਾ, ਉਹ ਆ ਜਾਵੇਗੀ। ਅੱਗੇ ਜੀ ਤਨ ਭੇਦ, ਤੈਨੂੰ ਆਪਣੇ ਸਰੀਰ ਦੇ ਬਾਰੇ ਪਤਾ ਲੱਗ ਜਾਵੇਗਾ। ਲਓ ਜੀ, ਇੱਕ ਵਿਦਵਾਨ ਲਿਖਦਾ, ਕਹਿੰਦਾ ਨਾਮ ਦੇ ਵਿੱਚ ਇਤਨੀ ਸ਼ਕਤੀ ਹੈ ਕਿ ਇਨਸਾਨ ਨੂੰ ਆਪਣੇ ਅੰਦਰ ਦੀਆਂ ਨਾੜੀਆਂ ਦੇ ਵਿੱਚ ਚੱਲ ਰਿਹਾ ਖੂਨ, ਉਹਦੇ ਬਾਰੇ ਵੀ ਕਹਿੰਦੇ ਗਿਆਨ ਹੋ ਜਾਂਦਾ। ਤੇ ਆਪਾਂ ਦੋ ਪ੍ਰਮਾਣ ਲਵਾਂਗੇ ਤਨ ਭੇਦ ਦੇ। ਨਾਮ ਦੇ ਨਾਲ ਜੁੜਨ ਦੇ ਨਾਲ ਤੈਨੂੰ ਇਹ ਪਤਾ ਲੱਗ ਜਾਂਦਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ। ਆਪਣੇ ਤਨ ਦੇ ਬਾਰੇ ਪਤਾ ਲੱਗ ਗਿਆ ਵੀ ਨਾਮ ਜਿਹੜਾ ਖਜ਼ਾਨਾ ਉਹ ਮੇਰੇ ਅੰਦਰ ਹੀ ਬੈਠਾ ਹੋਇਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਤਨ ਭੇਦ, ਤਨ ਦਾ ਭੇਦ। ਦੂਸਰਾ ਪ੍ਰਮਾਣ ਦਿਆ, ਇਸ ਕਾਇਆ ਅੰਦਰ ਪਤਾ ਲੱਗ ਜਾਏਗਾ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਪਤਾ ਲੱਗ ਜਾਵੇਗਾ ਨਾਮ ਦੇ ਨਾਲ ਜੁੜਨਾ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਮਹਾਰਾਜ ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ, ਤੈਨੂੰ ਆਪਣੇ ਤਨ ਦੇ ਬਾਰੇ। ਸਾਧ ਸੰਗਤ ਜੀ, ਇਹ ਤੇ ਗੱਲ ਮੈਂ ਇਸ ਤਰ੍ਹਾਂ ਦੇ
ਇੱਕ ਮੈਂ ਸਾਖੀ ਪੜ੍ਹ ਰਿਹਾ ਸੀਗਾ, ਇਹ ਸ਼ਾਇਦ ਮੈਂ ਬੰਗਲਾ ਸਾਹਿਬ ਤੋਂ ਵੀ ਵਿਚਾਰ ਕੀਤਾ ਸੀਗਾ, 2 ਮਹੀਨੇ ਪਹਿਲਾਂ ਦੀ ਗੱਲ ਹੈ। ਇੱਕ ਮਹਾਪੁਰਸ਼ ਆਪਣੇ ਹੱਥੀ ਆਪਣਾ ਸਹਿਜ ਪਾਠ ਕਰਕੇ ਗਏ ਹੈ, ਔਰ ਜਿਸ ਦਿਨ ਸਹਿਜ ਪਾਠ ਦੇ ਭੋਗ ਪਏ ਆ ਨਾ, ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੇ ਆਪਣੇ ਸਵਾਸ ਆਪ ਤਿਆਗ ਦਿੱਤੇ। ਤਨ ਭੇਦ, ਇਹ ਉਹਨਾਂ ਦੀ ਅਵਸਥਾ ਜੀ। ਸੁਣਿਆ ਜੋਗ ਜੁਗਤ ਤਨ ਭੇਦ, ਮਹਾਰਾਜ ਕਹਿੰਦੇ ਆਪਣੇ ਤਨ ਦੇ ਬਾਰੇ ਵੀ ਉਹਨੂੰ ਜਿਹੜਾ ਪਤਾ ਲੱਗ ਜਾਵੇਗਾ। ਅੱਗੇ ਚਲੀਏ ਆਪਾਂ। ਸੁਣਿਆ ਸਾਸਤ ਸਿਮਰਤ ਵੇਦ, ਇਹ ਹਿੰਦੂ ਧਰਮ ਦੇ ਗ੍ਰੰਥਾਂ ਦੀ ਗੱਲ ਹੈ ਜੀ। ਵੇਦ ਹਨ 4, ਸਿਮਰਤੀਆਂ ਹਨ 16 ਤੇ ਸ਼ਾਸਤਰ ਹਨ 6 ਸ਼ਾਸਤਰ ਹਨ। ਅਸੀਂ ਪੜ੍ਹਦੇ ਨਾ 6 ਘਰ 6 ਗੁਰ, ਰਾਤ ਨੂੰ 6 ਘਰ 6 ਗੁਰ 6 ਉਪਦੇਸ਼ ਗੁਰੂ ਗੁਰ ਏਕੋ। ਉਹ ਜਿਹੜਾ 6 ਘਰਾਂ ਦੀ ਗੱਲ ਆ ਰਹੀ ਹੈ, ਉੱਥੇ ਸ਼ਾਸਤਰਾਂ ਦੀ ਗੱਲ ਆ ਰਹੀ ਹੈ। ਇਹ ਉਹਨਾਂ ਦੇ ਗ੍ਰੰਥ ਹੈ ਜੀ। ਮਹਾਰਾਜ ਕਹਿੰਦੇ ਜਦੋਂ ਤੂੰ ਅੰਤਰ ਆਤਮਾ ਤੋਂ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਨਾ, ਤੇ ਤੈਨੂੰ ਇਹਨਾਂ ਸ਼ਾਸਤਰਾਂ ਦੇ ਵਿੱਚ, ਇਹਨਾਂ ਸਿਮਰਤੀਆਂ ਦੇ ਵਿੱਚ, ਇਹਨਾਂ ਵੇਦਾਂ ਦੇ ਵਿੱਚ ਕਿਹੜੀ ਵਿਚਾਰ ਲਿਖੀ ਹੈ ਉਹ ਤੈਨੂੰ ਪਤਾ ਲੱਗ ਜਾਵੇਗੀ। ਤੈਨੂੰ ਪੜਨ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ। ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾ ਮੈਂ ਇਹਨਾਂ ਨੂੰ ਪੜ੍ਹ ਲਿਆ ਹੋਇਆ, ਮੈਂ ਇਹਨਾਂ ਨੂੰ ਦੇਖ ਲਿਆ ਹੋਇਆ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪਰ ਮੈਂ ਲੱਭਿਆ ਕਿ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿਆ ਹੋਇਆ ਜਿਹੜਾ ਨਾਮ ਹੈ, ਇਹ ਸਾਰੇ ਸ਼ਾਸਤਰ ਉਹਦੇ ਬਰਾਬਰ ਨਹੀਂ ਹੈਗੇ। ਉਹਦਾ ਨਾਮ ਜਿਹੜਾ ਅਮੋਲ ਹੈ, ਉਹਦੀ ਕੋਈ ਕੀਮਤ ਨਹੀਂ ਕਹਿੰਦੇ ਦੇ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਜੀ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਮਹਾਰਾਜ ਫਰਮਾਉਂਦੇ ਸੁਣਿਆ ਸਾਸਤ ਸਿਮਰਤ ਵੇਦ, ਇਹਨਾਂ ਗ੍ਰੰਥਾਂ ਦੇ ਬਾਰੇ ਤੈਨੂੰ ਗਿਆਨ ਹੋ ਜਾਵੇਗਾ ਜਦੋਂ ਤੂੰ ਨਾਮ ਦੇ ਨਾਲ ਜੁੜੇਗਾ। ਤੇ ਨਾਮ ਕਿਤਨਾ ਮਹਾਨ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨ ਆਵੈ ਵੱਧ ਹੋ ਜਾਈ। ਟੋਟ ਨ ਆਵੈ ਰਤਨ ਲਾਲ ਜਾਕਾ ਕਛੂ ਨ ਮੋਲ। ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹ ਰਤਨ ਹਨ, ਉਹ ਹੀਰੇ ਹਨ, ਉਹ ਜਵਾਹਰਾਤ ਹਨ, ਜਿਨ੍ਹਾਂ ਦੀ ਕਹਿੰਦੇ ਕੋਈ ਕੀਮਤ ਨਹੀਂ ਕਹਿੰਦੇ ਦੇ ਸਕਦਾ। ਮਹਾਰਾਜ ਇੱਥੇ ਫਰਮਾਉਂਦੇ ਸੁਣਿਆ ਸਾਸਤ ਸਿਮਰਤ ਵੇਦ, ਇਹਨਾਂ ਦੇ ਬਾਰੇ ਜਦੋਂ ਤੂੰ ਨਾਮ ਦੇ ਨਾਲ ਜੁੜੇਗਾ ਤੈਨੂੰ ਇਹਨਾਂ ਦੇ ਬਾਰੇ ਗਿਆਨ ਹੋ ਜਾਏਗਾ। ਅਗਲੀ ਪੰਕਤੀ ਹੈ ਨਾਨਕ ਭਗਤਾ ਸਦਾ ਵਿਗਾਸ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਆਪ ਜੀ ਨੂੰ ਪ੍ਰਮਾਣ ਦਿਆਂ, ਬਾਬਾ ਕਬੀਰ ਜੀ ਕਹਿੰਦੇ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ ਵਿੱਚ ਹਮੇਸ਼ਾ ਹੀ ਖੇੜਾ ਖੁਸ਼ੀ। ਸਾਧ ਸੰਗਤ ਜੀ ਇੱਕ ਗੱਲ ਮੰਨ ਲਈਏ ਕਿ ਸਾਡੇ ਮਨ ਵਿੱਚ ਖੁਸ਼ੀ ਜਾਂ ਖੇੜਾ ਉਦੋਂ ਆਉਂਦਾ ਜਦੋਂ ਗਮ ਦੂਰ ਹੁੰਦੇ, ਉਦੋਂ ਹੀ ਹੁੰਦਾ ਨਾ, ਜਦੋਂ ਕਿ ਸਾਡੇ ਘਰ 'ਚ ਦੁੱਖ ਨਾ ਹੋਵੇ, ਤਕਲੀਫ ਨਾ ਹੋਵੇ। ਦੇਖੋ ਬਾਬਾ ਕਬੀਰ ਜੀ ਕਹਿੰਦੇ ਗੰਗ ਗੁਸਾਈਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਗੰਗ ਗੁਸਾਈਨ, ਮੈਨੂੰ ਕਹਿੰਦੇ ਗੰਗਾ ਮਾਤਾ ਦੇ ਵਿੱਚ, ਕਹਿੰਦੇ ਉਹਨਾਂ ਦੀ ਆਪਣੀ ਭਾਸ਼ਾ ਬਾਬਾ ਕਬੀਰ ਜੀ ਦੀ, ਗੰਗ ਗੁਸਾਈਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਮੈਨੂੰ ਜੰਜੀਰਾਂ ਵਿੱਚ ਬੰਨ ਕੇ ਤੇ ਮੈਨੂੰ ਗੰਗਾ ਦੇ ਵਿੱਚ ਕਹਿੰਦੇ ਰੋੜ ਦਿੱਤਾ। ਕਹਿੰਦੇ ਬਾਬਾ ਕਬੀਰ ਜੀ ਦਾ ਬਚਨ ਹੈ ਜੀ, ਗੰਗ ਗੁਸਾਈਨ ਗਹਿਰ ਗੰਭੀਰ,
जंजीर बांध कर खरे कबीर मन ना डिगे। ओ दुनिया दे लोको मेरा मन तां नहीं डोलदा पिया, मन ना डिगे तन काहे को डराए। मेरे तन नूं क्यों तकलीफ दिंदे हो? तकलीफ तां मेरे मन नूं होनी चाहिदी है, क्योंकि जे मन मेरा डोल जावे ते फेर ही मेरे तन नूं तकलीफ महसूस होवे। कहंदे मन ना डिगे तन काहे को डराए, चरण कमल चित रहियो समाए। मेरा चित कहंदे परमात्मा दे चरनां दे विच कहंदे जुड़िया होया कहंदे। फिर होया कि गंगा की लहर मेरी टुटी जंजीर मृगशाला पर बैठे कबीर। बाबा कबीर जी गंगा दियां लहरां जदों उपर नूं आईयां ओदे उपर आसन ला के हसदे होए बैठे, नानक भगतां सदा विगास। एक होर प्रमाण दियां बाबा कबीर जी दा, तू मेरो मेर पर्वत सुवामी, ओट गही मैं तेरी, ना तुम डोलो ना हम गिरते, रख लीनी हर मेरी। मेरी ते यारी कहंदे उस परमात्मा दे नाल है जिहड़ा सुमेर पर्वत तो भी कहंदे वड्डा है, ते ना उन्हें डोलना ते ना मैं डोलना। कहंदे बाबा कबीर जी फरमाउंदे तू मेरो मेर, सुमेर तो भी वड्डा मेर कोई पर्वत, तू मेरो मेर पर्वत सुवामी, ओट गही मैं तेरी, ना तुम डोलो ना हम गिरते, रख लीनी हर मेरी। ते मैं बेनती करा डोल दे कौन है, डोल दे कौन है? हम बेड़ी पाप भरी, हम डोलत बेड़ी पाप भरी। सा संगत जी ओ डोलदा जेड़े अंदर पाप हैगे, जेड़ा सच्चा होएगा ओ नहीं डोलेगा। हम डोलत बेड़ी पाप भरी, पवन लगे मत जाई। कहंदे किते हवा आ जावे मेरी बेड़ी ना कहंदे उल्ट जावे। कहंदे ਉਹ ਡੋਲਦੇ ਹਨ ਜਿਨ੍ਹਾਂ ਦੇ ਅੰਦਰ ਪਾਪ ਹਨ। ਤੇ ਬਾਬਾ ਕਬੀਰ ਜੀ ਕਹਿੰਦੇ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਨਾਨਕ ਭਗਤਾਂ ਸਦਾ ਵਿਗਾਸ। ਤੇ ਬਾਬਾ ਨਾਮਦੇਵ ਜੀ ਦਾ ਇੱਕ ਪ੍ਰਮਾਣ ਹੋਰ ਲੈ ਲਈਏ। ਬਾਬਾ ਨਾਮਦੇਵ ਜੀ ਨੂੰ ਵੀ ਬੰਨ ਕੇ ਲਿਆਂਦਾ ਸੀ। ਸੁਲਤਾਨ ਪੁੱਛੇ ਸੁਨਬੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ। मालक ने राजे ने भगत नामदेव जी नूं बन के लियांदा जी। कहंदा आ जा मैं तेरे राम दे कहंदे काम देखना चाहुंदा। कहंदे हाँ दस राम की करे। सुल्तान पूछे सुनबे नामा, देखू राम तुम्हारे कामा। सुल्ताना नामे बादिला, बन के लियांदा, बन के लियांदा सुल्ताना नामे बादिला। फिर सुल्तान की कहंदा, कहंदा मुई गऊ दियो जिवाए। कहंदे जे तेरे च हिम्मत है ते आ मरी हुई गां कहंदे जीदी कर दे। उत्ते फिर भगत नामदेव जी ने कहा, मेरा किया कशु न होए, कर है राम होए है सोए। कहंदे मेरे करन दे नाल कुछ नहीं होना, जो कहंदे परमात्मा नूं चाहेगा ओही होएगा। फिर परमात्मा ने आके की किया, कहंदे कहे ता नामा भगत नाम, कहे ता तरन इकोडी करूं। तू एक बार बोल मैं धरती नूं कहंदे सिद्धी कर दिया। कहंदे कहे ता तरन इकोडी करूं, कहे ता लेकर ऊपर धरूं, कहे ता मुई गऊ दियो जीवाए। सब कोई देखे पतियाए। मैं सारियां नूं कहंदे हैरान कर दिया। कहंदे नानक भगतां सदा विकास, उन्हां दे अंदर हमेशा ही खेड़ा है। ते बाबा रविदास जी भी एक खेड़े की गल करते। किसी ने पूछया बाबा रविदास नूं भी तू रहना कित्थे आ, तेरा एड्रैस की है? ते बाबा रविदास जी कहंदे बेगमपुरा शहर को नाओ। मेरे शहर का नाम है जिथे कोई गामी है नहीं। कहंदे बेगमपुरा शहर को नाओ, दुख अंदोहो नहीं ते ठाओ। ना तस्वीस खिराज ना माल, खौफ ना खता ना तरस जवाल। अब मोहे खूब वतन गह पाई, ऊहा खैर सदा मेरे पाई।
ਊਹਾਂ ਖੈਰ ਅਬ ਮੋਹੇ, ਕਹਿੰਦੇ ਉਹ ਹੁਣ ਦੇਸ਼ ਮੈਨੂੰ ਕਹਿੰਦੇ ਬੜਾ ਚੰਗਾ ਲੱਗਦਾ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਮਹਾਰਾਜ ਫਰਮਾਉਂਦੇ, ਨਾਨਕ ਭਗਤਾ ਸਦਾ ਵਿਗਾਸ, ਸਦਾ ਵਿਗਾਸ, ਉਹਨਾਂ ਦੇ ਅੰਦਰ ਹਮੇਸ਼ਾ ਹੀ ਖੇੜਾ, ਉਹਨਾਂ ਦੇ ਅੰਦਰ ਕਦੀ ਵੀ ਕੋਈ ਵੀ ਗਮ ਨਹੀਂ ਹੈ। ਕਿਉਂਕਿ ਆਪਾਂ ਕੱਲ ਵੀ ਲਿਆ ਸੀ ਨਾ ਪ੍ਰਮਾਣ ਭਗਤਾਂ ਦਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਭਗਤਾਂ ਦਾ ਮਾਰਗ, ਬਾਣੀ ਪੜ੍ਹਨ ਵਾਲਿਆਂ ਦਾ ਮਾਰਗ ਕੀ ਹੈ? ਇਹ ਮਾਰਗ ਖੰਡੇ ਧਾਰ। ਇਹ ਮਾਰਗ ਤੁਸੀਂ ਬਾਹਰ ਨਿਸ਼ਾਨ ਸਾਹਿਬ ਦੇਖਦੇ ਹੋ, ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਬਣਿਆ ਹੋਇਆ, ਲਗਾਇਆ ਹੋਇਆ, ਉਸ ਖੰਡੇ ਦਾ ਜਿਹੜਾ ਤਿੱਖਾ ਪਾਸਾ ਨਾ, ਉਹ ਹੈ ਭਗਤਾਂ ਦਾ। ਇੰਨਾ ਬਰੀਕ ਰਸਤਾ, ਇਹ ਮਾਰਗ ਖੰਡੇ ਧਾਰ। ਤੇ ਬਾਬਾ ਫਰੀਦ ਜੀ ਕਹਿੰਦੇ, ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ। ਰਸਤਾ ਕੀ ਹੈ? ਖੰਨਿਓ ਤਿੱਖੀ ਬਹੁਤ ਪੀਨੀ, ਖੰਨਿਓ ਤਿੱਖੀ ਬਹੁਤ ਪੀਨੀ, ਉਸ ਉੱਪਰ ਹੈ ਮਾਰਗ ਮੇਰਾ। ਇਸ ਖੰਡੇ ਦੀ ਧਾਰ ਤੋਂ ਵੀ ਤਿੱਖਾ ਜਿਹੜਾ ਰਸਤਾ ਨਾ, ਉਹ ਕਹਿੰਦੇ ਬਾਣੀ ਪੜ੍ਹਨ ਵਾਲੀਆਂ ਰੂਹਾਂ ਦਾ ਹੈ, ਭਗਤਾਂ ਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇੱਕ ਪ੍ਰਮਾਣ ਦੇ ਕੇ ਮੈਂ ਥੋੜੀ ਜੀ, ਅੱਜ ਬਸੰਤ ਹੈ, ਅੱਜ ਉਹਦੀ ਗੱਲ ਕਰਨੀ ਆਪਾਂ। ਸੁਣਿਆ ਦੁਖ ਪਾਪ ਕਾ ਨਾਸ, ਇੱਕ ਪ੍ਰਮਾਣ ਜੀ, ਗੁਰੂ ਦੇ ਨਾਮ ਅੰਤਰ ਆਤਮਾ ਤੋਂ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਮੈਂ ਇੱਕੋ ਹੀ ਪ੍ਰਮਾਣ ਦੇਣਾ, ਮੇਰਾ ਵੈਦ ਗੁਰੂ ਗੋਬਿੰਦਾ। ਬੜੇ ਧਿਆਨ ਨਾਲ ਸੁਣਿਓ। ਡਾਕਟਰ ਸਾਨੂੰ ਦਵਾਈ ਦੇਗਾ, ਕਹੇਗਾ ਆ ਪੁੱਤ ਮੈਂ ਦਵਾਈ ਤੇਰੀ ਪੁੜੀ ਵਿੱਚ ਪਾਤੀ, ਤੇਰੇ ਲਿਫਾਫੇ 'ਚ ਪਾਤੀ, ਘਰ ਜਾ ਕੇ ਖਾ, ਇਦਾਂ ਕਹੇਗਾ ਨਾ ਡਾਕਟਰ। ਲੇਕਿਨ ਗੁਰੂ ਕੀ ਕਰ ਰਿਹਾ? ਗੁਰੂ ਵੀ ਡਾਕਟਰ ਹੈ, ਲੇਕਿਨ ਉਹ ਦਵਾਈ ਦੇ ਕੇ ਤੈਨੂੰ ਇਹ ਨਹੀਂ ਕਹੇਗਾ ਘਰ ਜਾ ਕੇ ਖਾ, ਕਹੇਗਾ ਪੁੱਤ ਮੇਰੇ ਸਾਹਮਣੇ ਮੂੰਹ ਖੋਲ, ਮੈਂ ਆਪਣੇ ਹੱਥਾਂ ਨਾਲ ਤੇਰੇ ਮੂੰਹ 'ਚ ਦਵਾਈ ਪਾਉਣੀ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਤੇਰੇ ਮੂੰਹ ਦੇ ਵਿੱਚ ਉਹ ਆਪ ਦੇ ਰਿਹਾ। ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮਕੀ ਫੰਦਾ, ਸੁਣਿਆ ਦੁਖ ਪਾਪ ਕਾ ਨਾਸ। ਪੰਜ ਪਿਆਰੇ ਜਦੋਂ ਖੰਡੇ ਬਾਟੇ ਦੀ ਪਹੁਲ ਛਕਾਉਂਦੇ ਆ, ਉਹ ਇਹ ਨਹੀਂ ਕਹਿੰਦੇ ਅੰਮ੍ਰਿਤ ਤਿਆਰ ਹੋ ਗਿਆ ਤੇ ਬਰਤਨ 'ਚ ਪਾ ਕੇ ਘਰ ਲੈ ਜਾ, ਕਹਿੰਦੇ ਉੱਠ ਮੇਰੇ ਸਾਹਮਣੇ ਖੜਾ ਹੋ, ਮੂੰਹ ਖੋਲ, ਮੈਂ ਤੇਰੇ ਮੂੰਹ ਦੇ ਵਿੱਚ ਕਹਿੰਦੇ ਚੂਲੇ ਪਾਵਾਂ। ਕਹਿੰਦੇ ਖੰਡੇ ਬਟ ਸੁਣਿਆ ਦੁਖ ਪਾਪ ਕਾ ਨਾਸ। ਉਹ ਇਹ ਨਹੀਂ ਕਹਿੰਦਾ ਕਿ ਆ ਚੱਕ ਗਲਾਸ ਲੈ ਕੇ ਆ, ਇੱਥੇ ਛਬੀਲ ਲੱਗੀ ਹੈ, ਗਲਾਸ ਲੈ ਜਾ ਤੇ ਮੈਂ ਤੈਨੂੰ ਭਰ ਕੇ ਘਰ ਲੈ ਜਾ। ਨਹੀਂ, ਕਹਿੰਦਾ ਪੁੱਤ ਮੂੰਹ ਖੋਲ, ਮੈਂ ਤੇਰੀਆਂ ਅੱਖਾਂ 'ਚ ਪਾਵਾਂ ਪੰਜ ਚੂਲੇ, ਮੈਂ ਤੇਰੇ ਮੂੰਹ ਦੇ ਵਿੱਚ ਪਾਵਾਂ ਪੰਜ ਚੂਲੇ, ਮੈਂ ਤੇਰੇ ਸਿਰ ਦੇ ਵਿੱਚ ਪਾਵਾਂ ਪੰਜ ਚੂਲੇ। ਮਹਾਰਾਜ ਕਹਿੰਦੇ ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮਕੀ ਫੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਇਹ ਹੈ ਗੁਰੂ। ਆਪਣੇ ਸਾਹਮਣੇ ਆਪਣੇ ਬੱਚੇ ਨੂੰ ਬਿਠਾ ਕੇ ਦਵਾਈ ਉਹਦੇ ਮੂੰਹ 'ਚ ਪਾਉਂਦਾ। ਸੁਣਿਆ ਦੁਖ ਪਾਪ ਕਾ ਨਾਸ। ਸਾਧ ਸੰਗਤ, ਸੁਣਿਆ ਦੁਖ ਪਾਪ ਕਾ ਨਾਸ। ਅੱਜ ਬਸੰਤ ਹੈ, ਵੈਸੇ ਬਸੰਤ ਦਾ ਮੌਸਮ ਮਾਘ ਦੀ ਰਾਤ ਤੋਂ ਸ਼ੁਰੂ ਹੋ ਗਿਆ ਸੀ, ਕੀਰਤਨ ਸ਼ੁਰੂ ਹੋ ਗਿਆ ਔਰ ਇਹ ਹੋਲੇ ਮਹੱਲੇ ਤੱਕ ਚੱਲਣਾ ਜੀ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਹੁਣ ਤੁਸੀਂ ਜਦੋਂ ਆਸੇ-ਪਾਸੇ ਦੇਖਦੇ ਹੋ, ਪਿੱਛੇ ਮਹੀਨਾ ਸੀਗਾ ਪੋਹ ਦਾ, ਠੰਡ ਬੜੀ ਪਈ ਹੈ, ਕੱਕਰ ਬੜਾ ਪਿਆ ਸੀਗਾ, ਤੇ ਉਸ ਠੰਡ ਦੇ ਕਰਕੇ ਜਿਹੜੇ ਦਰਖਤ ਸੀਗੇ ਨਾ ਉਹ ਸੁੱਕ ਗਏ ਸੀ। ਉਹਨਾਂ ਦੇ ਅੰਦਰੋਂ ਜਿਹੜੀਆਂ ਕਰੁੰਬਲੀਆਂ ਨਿਕਲਣੀਆਂ ਸੀਗੀਆਂ ਉਹ ਨਹੀਂ ਸੀ ਰੁਕੀ, ਉਹ ਰੁਕ ਗਈਆਂ ਸੀਗੀਆਂ। ਹੁਣ ਬਸੰਤ ਦੇ ਦਰਅਸਲ ਬਸੰਤ ਕੀ ਹੈ? ਪਹਿਲਾਂ ਤੈਨੂੰ ਮੈਂ ਵਧਾਈਆਂ ਦੇ ਦਿਆਂ। ਗੁਰੂ ਨਾਨਕ ਦੇਵ ਜੀ ਕਹਿੰਦੇ ਆ ਮੇਰੇ ਪੁੱਤਾ ਤੈਨੂੰ ਵਧਾਈਆਂ ਹੋਣ। ਪੜਿਓ ਉਹਨਾਂ ਦਾ ਸ਼ਬਦ, ਮੁਬਾਰਕੀ ਚੜਿਆ ਬਸੰਤ। ਕਹਿੰਦੇ ਪੁੱਤਾ ਤੈਨੂੰ ਬੜੀਆਂ ਬੜੀਆਂ ਮੁਬਾਰਕਾਂ ਹੋਣ, ਬਸੰਤ ਦਾ ਮੌਸਮ ਆ ਗਿਆ। ਮੁਬਾਰਕੀ ਮੈਨੇ ਵਧਾਈਆਂ।
ਮੁਬਾਰਕੀ ਦਾ ਆਖਰੀ ਅਰਥ ਕੀ ਹੈ? ਵਧਾਈਆਂ। ਗੁਰੂ ਨਾਨਕ ਦੇਵ ਜੀ ਸਾਨੂੰ ਬਸੰਤ ਵਿੱਚ ਮੁਬਾਰਕਾਂ ਦੇ ਰਿਹਾ। ਮੁਬਾਰਕੀ ਚੜਿਆ ਬਸੰਤ, ਮੇਰੇ ਪੁੱਤਰਾ ਬਸੰਤ ਦੀ ਰੁੱਤ ਆਈ ਹੈ, ਤੈਨੂੰ ਮੁਬਾਰਕਾਂ ਹੋਣ। ਮਹਾਰਾਜ ਕਹਿੰਦੇ ਨਾਨਕ ਤਿਨਾ ਬਸੰਤ ਹੈ। ਕਿਹਨਾਂ ਦੇ ਘਰ ਚ ਬਸੰਤ ਹੈ? ਜਿਤ ਕਰ ਵਸਿਆ ਕੰਤ, ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਗਿਆ, ਬਸੰਤ ਵੀ ਉਹਨਾਂ ਵਾਸਤੇ ਹੈ। ਨਾਨਕ ਤਿਨਾ ਬਸੰਤ ਹੈ ਜਿਤ ਕਰ ਵਸਿਆ ਕੰਤ। ਮਹਾਰਾਜ ਕਹਿੰਦੇ ਜਿਨਕੇ ਕੰਤ ਦਿਸਾਪੁਰੀ ਸੇ ਅਹਨਸ ਫਿਰੇ ਜਲੰਤ। ਉਹ ਰੂਹਾਂ, ਉਹ ਜੀਵ ਇਸਤਰੀਆਂ ਸੜ ਰਹੀਆਂ, ਅੱਗ ਲੱਗੀ ਹੋਈ ਉਹਨਾਂ ਨੂੰ, ਜਿਨ੍ਹਾਂ ਦੇ ਖਸਮ ਪਰਿਪੂਰਨ ਪਰਮਾਤਮਾ ਉਹਨਾਂ ਦੇ ਹਿਰਦੇ ਦੇ ਵਿੱਚ ਨਹੀਂ ਹੈਗਾ, ਉਹਨਾਂ ਦੇ ਹਿਰਦੇ ਵਿੱਚ ਨਹੀਂ ਹੈਗਾ। ਮਹਾਰਾਜ ਕਹਿੰਦੇ ਮੁਬਾਰਕੀ ਮੈਂ ਬੇਨਤੀ ਕਰ ਰਿਹਾ ਸੀ, ਇਸ ਬਸੰਤ ਦੇ ਵਿੱਚ ਕੁਰੰਬਲਾਂ ਨਵੀਆਂ ਨਿਕਲਦੀਆਂ, ਦਰਖਤਾਂ ਨੂੰ ਨਵਾਂ ਵੇਸ ਆ ਰਿਹਾ, ਪੱਤਿਆਂ ਨੂੰ ਨਵਾਂ ਰੂਪ ਆ ਰਿਹਾ। ਮਹਾਰਾਜ ਕਹਿੰਦੇ ਇਸ ਬਸੰਤ ਨੂੰ ਦੇਖ, ਬਾਹਰ ਬਨਸਪਤੀ ਦੇ ਵਿੱਚ ਹਰਿਆਲੀ ਆ ਗਈ ਹੈ, ਪਰ ਤੂੰ ਤਾਂ ਹੱਲੇ ਵੀ ਸੁੱਕਿਆ ਪਿਆ। ਕਹਿੰਦੇ ਤੂੰ ਤਾਂ ਹੱਲੇ ਵੀ ਸੁੱਕਿਆ ਪਿਆ। ਮੈਂ ਇੱਕ ਦਿਨ ਆਪ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਨੇ ਸਾਨੂੰ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਦਿੱਤੀਆਂ ਕਿ ਮਹਾਰਾਜ ਕਹਿੰਦੇ ਦੇਖ ਇਸ ਨੂੰ, ਕੁਦਰਤ ਨੂੰ ਦੇਖ। ਕਿਤੇ ਮਹਾਰਾਜ ਪੰਛੀਆਂ ਦੀ ਗੱਲ ਕਰਦੇ ਆ, ਕਿਤੇ ਦਰਖਤਾਂ ਦੀ ਗੱਲ ਕਰਦੇ ਆ, ਕਿਤੇ ਮਹਾਰਾਜ ਰੁੱਤਾਂ ਦੀ ਗੱਲ ਕਰਦੇ ਆ। ਕਹਿੰਦੇ ਜੇ ਰੁੱਤਾਂ ਬਦਲ ਰਹੀਆਂ ਨਾ, ਬਾਬਾ ਕਬੀਰ ਆਫਰੀਦ ਜੀ ਕਹਿੰਦੇ ਰੁੱਤ ਫਿਰੀ ਵਣ ਕੰਬਿਆ, ਪੱਤ ਚੜੇ ਝੜ ਪਾਹੇ। ਇਹਦੇ ਵਿੱਚ ਵੀ ਰੁੱਤ ਦੀ ਮਹਾਰਾਜ ਬਦਲਾਵ ਦੀ ਗੱਲ ਕਰਦੇ ਆ। ਰੁੱਤ ਫਿਰੀ, ਮੈਂ ਰੁੱਤ ਨਵੀਂ ਆ ਗਈ। ਰੁੱਤ ਫਿਰੀ ਵਨ ਕੰਬਿਆ, ਪੱਤ ਚੜੇ ਝੜ ਪਾਹੇ। ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਉ ਨਾਹੀਂ। ਮਹਾਰਾਜ ਕਹਿੰਦੇ ਐ ਬਾਹਰ ਰੁੱਤ ਦੇਖ, ਬਾਹਰ ਮੌਸਮ ਦੇਖ ਮੇਰੇ ਪੁੱਤਾ, ਬਾਹਰ ਦਰਖਤਾਂ ਨੂੰ ਦੇਖ। ਹੁਣ ਤਾਂ ਦਰਖਤਾਂ ਦੇ ਵਿੱਚ ਵੀ ਨਵੀਆਂ ਕੁਰੰਬਲਾਂ ਆ ਗਈਆਂ, ਤੇ ਤੇਰੇ ਅੰਦਰ ਕਿਉਂ ਨਹੀਂ ਬਾਣੀ ਪੜਨ ਦੀ ਨਵਾਂ ਬਦਲਾਵ ਜਿਹੜਾ ਆ ਰਿਹਾ। ਇਹ ਮਹਾਰਾਜ ਸਾਨੂੰ ਬਸੰਤ ਦੇ ਮਹੀਨੇ ਦੇ ਵਿੱਚ ਸਾਨੂੰ ਮਹਾਰਾਜ ਉਪਦੇਸ਼ ਦਿੰਦੇ ਆ। ਮਹਾਰਾਜ ਕਹਿੰਦੇ ਆ ਕਿ ਤੂੰ ਵੀ ਬਦਲ, ਤੂੰ ਵੀ ਨਾਮ ਦੇ ਨਾਲ ਜੁੜ। ਜੇ ਤੂੰ ਵੀ ਚਾਹੁੰਦਾ ਕਿ ਮੇਰੇ ਹਿਰਦੇ ਦੇ ਵਿੱਚ ਬਸੰਤ ਆਵੇ, ਤੇ ਆਪਣੇ ਖਸਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ, ਉਹ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ।